Hello students, I am Monica. Then now I will teach you your MOP subject. Here we have the third chapter of the MOP, that is place or importance of an office. ਬੱਚੇ ਹੁਣ ਤੱਕ ਆਪਾਂ ਕੀਤਾ ਸੀ ਕਿ ਆਫਿਸ ਕੀ ਹੈ, ਉਹਦੇ ਫੰਕਸ਼ਨਸ ਕੀ ਨੇ, ਠੀਕ ਹੈ। ਦੈਨ ਹੁਣ ਆਪਾਂ ਕਰਾਂਗੇ ਕਿ ਉਹਦੀ ਇੰਪੋਰਟੈਂਸ ਕੀ ਹੈ, ਉਹਦੀ ਜਗ੍ਹਾ ਕੀ ਹੈ ਆਪਣੀ ਲਾਈਫ ਦੇ ਵਿੱਚ। ਫਸਟਲੀ ਜਿਵੇਂ ਕਹਿੰਦਾ ਹੈ ਅਕੋਰਡਿੰਗ ਟੂ ਲੈਫਿੰਚ ਵੈਲ ਆਰਗੇਨਾਈਜ਼ਡ ਆਫਿਸ ਮੇਕਸ ਪੋਸੀਬਲ ਟੂ ਪਲਾਨ ਇੰਟੈਲੀਜੈਂਟਲੀ, ਕਿ ਕਿਸੇ ਵੀ ਚੀਜ਼ ਨੂੰ ਆਪਾਂ ਪਲਾਨ ਕਰਨਾ, ਠੀਕ ਹੈ। ਦੈਨ ਆਫਿਸ ਦੇ ਵਿੱਚ ਹੀ ਇਹ ਸਾਰੇ ਪਲਾਨਸ ਹੁੰਦੇ ਆ। ਨੈਕਸਟ ਆਪਣੇ ਕੋਲ ਹੈ ਟੂ ਐਗਜ਼ੀਕਿਊਟ ਪਲਾਨਸ ਸ਼ਿਓਰਲੀ, ਠੀਕ ਹੈ, ਕਿ ਸ਼ਿਓਰਲੀ ਇਹ ਚੀਜ਼ਾਂ ਦੀ ਜੋ ਆਪਾਂ ਕਰ ਰਹੇ ਹਾਂ ਇਹਨਾਂ 'ਤੇ ਆਹੀ ਪਲਾਨ ਹੋਣਗੇ ਅਤੇ ਇਹੀ ਪਲਾਨ ਆਪਣੇ ਕੋਲ ਐਗਜ਼ੀਕਿਊਟ ਹੋਣਗੇ। ਦੈਨ ਟੂ ਡਿਟਰਮਿਨ ਇਫੈਕਟਿਵਨੈਸ ਪ੍ਰੋਂਪਟਲੀ, ਕਿ ਉਹਨਾਂ ਦੀ ਇਫੈਕਟਿਵਨੈਸ, ਕਿ ਜਦੋਂ ਪ੍ਰੋਜੈਕਟ ਆਪਣਾ ਬਣੇਗਾ ਉਹਨਾਂ ਦੇ ਕਿੰਨਾ ਇਫੈਕਟਿਵ ਹੋਊਗਾ ਅਤੇ ਆਫਿਸ ਦੇ ਥਰੂ ਆਪਾਂ ਜੋ ਉਹ ਵਰਕਸ ਨੂੰ ਪਰਫੋਰਮ ਕਰਨ ਜਾ ਰਹੇ ਹਾਂ ਉਹ ਕਸਟਮਰਸ ਨੂੰ ਕਿੰਨਾ ਕੁ ਇੰਪ੍ਰੈਸ ਕਰਨਗੇ। ਟੂ ਨੋ ਦਾ ਰਿਜ਼ਲਟਸ, ਅਤੇ ਉਹਨਾਂ ਦਾ ਰਿਜ਼ਲਟ ਕੀ ਹੋਏਗਾ ਆਪਣੇ ਕੋਲ। ਟੂ ਕੋਆਰਡੀਨੇਟ ਆਲ ਦ ਐਕਟੀਵਿਟੀਜ਼ ਆਫ ਬਿਜ਼ਨਸ, ਜੋ ਸਾਰੀਆਂ ਐਕਟੀਵਿਟੀਜ਼ ਉਹ ਅੰਡਰ ਬਿਜ਼ਨਸ ਚੱਲ ਰਹੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਕੋਆਰਡੀਨੇਟ ਕਰਕੇ ਰੱਖਣਾ। ਇਹ ਸਾਰਾ ਕੀ ਹੈ, ਆਫਿਸ ਦਾ ਕੰਮ ਹੈ। ਇਹਨਾਂ ਨੇ ਕਿਹਾ ਆਫਿਸ ਇਜ਼ ਟੂ ਅ ਬਿਜ਼ਨਸ ਵਟ ਦਾ ਮੇਨ ਸਪਰਿੰਗ ਇਜ਼ ਟੂ ਵਾਚ। ਆਫਿਸ ਦਾ ਬਿਜ਼ਨਸ ਦੇ ਵਿੱਚ ਕੀ ਮੇਨ ਪਰਪਜ਼ ਹੈ, ਉਹ ਸਾਰਾ ਵਾਚ ਕਰਨਾ ਕਿ ਜੋ ਉਹਦੇ ਵਿੱਚ ਅਕਰ ਹੋਣ ਜਾ ਰਿਹਾ ਅਤੇ ਜੋ ਆਪਾਂ ਇਹਦੇ ਵਿੱਚ ਡਿਊਰਿੰਗ ਕੰਮ ਕਰਨਾ ਹੈ। ਨੈਕਸਟ ਦੇਖੋ ਕਿ ਆਪਣੇ ਕੋਲ ਜੇ ਦੇਖੀਏ ਕਿ ਆਫਿਸ ਕੀ ਹੈ, ਠੀਕ ਹੈ। ਆਫਿਸ ਕਿੱਦਾਂ ਐਕਟ ਕਰਦਾ ਹੈ, ਇੱਕ ਐਜ਼ ਅ ਇਨਫੋਰਮੇਸ਼ਨ ਸੈਂਟਰ, ਠੀਕ ਹੈ, ਕੰਟਰੋਲਿੰਗ ਸੈਂਟਰ, ਸਰਵਿਸ ਸੈਂਟਰ, ਨਰਵ ਸੈਂਟਰ ਐਂਡ ਪ੍ਰੋਫਿਟ ਸੈਂਟਰ। ਮਤਲਬ ਇੱਥੋਂ ਆਪਣੀ ਸਾਰੀ ਇਨਫੋਰਮੇਸ਼ਨਸ ਜੋ ਆਪਾਂ ਸ਼ੇਅਰ ਕਰਨੀਆਂ ਨੇ ਕਸਟਮਰਸ ਦੇ ਨਾਲ ਜਾਂ ਆਪਾਂ ਬਿਜ਼ਨਸ ਦੇ ਵਿੱਚ ਜਿਹੜੇ ਐਮਪਲੋਈਜ਼ ਨੇ ਉਹਨਾਂ ਦੇ ਨਾਲ ਸ਼ੇਅਰ ਕਰਨੀਆਂ ਨੇ, ਤਾਂ ਇਹ ਸਾਰੀ ਚੀਜ਼ ਆਪਣੀ ਆਫਿਸ ਦਾ ਕੰਮ ਕਰਦਾ ਹੈ। ਕੰਟਰੋਲਿੰਗ ਸੈਂਟਰ, ਕੰਟਰੋਲ ਮੀਨਸ ਕਿ ਮੇਨ ਜੋ ਆਪਾਂ ਕਹਿ ਦਈਏ ਕਿ ਇੱਕ ਹੈਲਪ ਸੈਂਟਰ ਹੈ ਜਾਂ ਕੰਟਰੋਲ ਸੈਂਟਰ ਹੈ, ਜੋ ਸਾਰੀਆਂ ਜੋ ਉਹਦੇ ਅੰਦਰ ਐਕਟੀਵਿਟੀਜ਼ ਹੋ ਰਹੀਆਂ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਣਾ, ਅਤੇ ਉਹ ਐਕਟੀਵਿਟੀਜ਼ ਨੂੰ ਕਿਹੜੇ ਕਿਹੜੇ ਐਮਪਲੋਈਜ਼ ਨੇ, ਕਿਹੜੇ ਕਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਣਾ ਹੈ। ਇਹ ਸਾਰੀਆਂ ਚੀਜ਼ਾਂ ਆਫਿਸ ਦੇ ਵਿੱਚ ਹੁੰਦੀਆਂ ਨੇ, ਇੱਕ ਐਜ਼ ਅ ਕੰਟਰੋਲ ਸੈਂਟਰ ਵਰਕ ਕਰਦਾ ਹੈ। ਦੈਨ ਸਰਵਿਸ ਸੈਂਟਰ ਹੈ, ਸਰਵਿਸ ਸੈਂਟਰ ਕਿ ਉਹ ਸਰਵਿਸਿਜ਼ ਪ੍ਰੋਵਾਈਡ ਕਰਦਾ ਆਪਣੇ ਕਸਟਮਰਸ ਨੂੰ, ਆਪਣੇ ਐਮਪਲੋਈਜ਼ ਨੂੰ, ਉਹ ਪ੍ਰੋਪਰਲੀ ਜੋ ਪਬਲਿਕਸ ਨੂੰ ਚਾਹੀਦੀਆਂ ਨੇ। ਬਿਜ਼ਨਸ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਇੱਥੇ ਕਾਫੀ ਸਾਰੀਆਂ ਜੋ ਐਕਟੀਵਿਟੀਜ਼ ਉਹਦੇ ਡਿਊਰਿੰਗ ਹੁੰਦੀਆਂ ਨੇ ਕਿਸੇ ਵੀ ਪ੍ਰੋਜੈਕਟ ਨੂੰ ਕਰਨ ਦੇ ਡਿਊਰਿੰਗ ਜਾਂ ਕਿਸੇ ਵੀ ਅੰਡਰ ਆਰਗੇਨਾਈਜੇਸ਼ਨ ਜੋ ਐਕਟੀਵਿਟੀਜ਼ ਹੁੰਦੀਆਂ ਨੇ ਉਹਦੇ ਵਿੱਚ ਜੋ ਵੀ ਪਲੈਨਿੰਗਸ ਹੁੰਦੀਆਂ ਨੇ ਜਾਂ ਜੋ ਵੀ ਉਹਨਾਂ ਦੀਆਂ ਡਿਮਾਂਡਸ ਹੁੰਦੀਆਂ ਨੇ ਉਹ ਸਾਰੀਆਂ ਫੈਸਿਲਿਟੀਜ਼ ਨੂੰ ਪ੍ਰੋਵਾਈਡ ਕਰਾਉਣਾ ਇਹ ਸਰਵਿਸ ਸੈਂਟਰ ਦਾ ਕੰਮ ਹੈ। ਦੈਨ ਹੈ ਨਰਵ ਸੈਂਟਰ। ਨਰਵ ਸੈਂਟਰ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਆਪਣੇ ਕਸਟਮਰਸ ਨੂੰ ਹੈਲਪ ਕਰਦਾ ਹੈ ਅਤੇ ਉਹਨਾਂ ਦੀਆਂ ਜੋ ਕਸਟਮਰਸ ਦੀਆਂ ਕੰਪਲੇਂਟਸ ਨੇ ਉਹਨਾਂ ਨੂੰ ਰਿਮੂਵ ਕਰਦਾ ਹੈ। ਦੈਨ ਅ ਪ੍ਰੋਫਿਟ ਸੈਂਟਰ। ਪ੍ਰੋਫਿਟ ਸੈਂਟਰ ਕੀ ਕਿ ਆਪਣੇ ਕੋਲ ਜੋ ਆਰਗੇਨਾਈਜੇਸ਼ਨ ਦੇ ਵਿੱਚ ਵਰਕਆਊਟ ਚੱਲ ਰਿਹਾ ਹੈ ਉਹਦੇ ਡਿਊਰਿੰਗ ਇੱਕ ਆਫਿਸ ਨੂੰ, ਇੱਕ ਆਰਗੇਨਾਈਜੇਸ਼ਨ ਨੂੰ ਕੀ ਪ੍ਰੋਫਿਟ ਹੋਏਗਾ। ਇਹ ਸਾਰੀਆਂ ਚੀਜ਼ਾਂ ਇੱਕ ਆਫਿਸ ਕੰਮ ਕਰਨ ਦੇ ਡਿਊਰਿੰਗ ਆਪਣੀਆਂ ਦੇਖਦਾ। ਦੈਨ ਹੈਲਪਸ ਇਨ ਕੋਆਰਡੀਨੇਸ਼ਨ, ਕਿ ਜੋ ਕੋਆਰਡੀਨੇਸ਼ਨ ਹੈ ਬੌਂਡਿੰਗ ਕਰਨੀ ਹੈ ਐਮਪਲੋਈਜ਼ ਦੀ ਕਸਟਮਰਸ ਦੇ ਨਾਲ, ਐਮਪਲੋਈਜ਼ ਦੀ ਆਪਸ ਦੇ ਵਿੱਚ ਜਾਂ ਮੈਨੇਜਮੈਂਟ ਦੀ ਐਮਪਲੋਈਜ਼ ਦੇ ਨਾਲ, ਉਹ ਸਾਰੀਆਂ ਚੀਜ਼ਾਂ ਕੋਆਰਡੀਨੇਸ਼ਨ ਆਫਿਸ ਦੇ ਥਰੂ ਹੁੰਦੀ ਹੈ। ਕਿਉਂਕਿ ਜੇਕਰ ਦੇਖੋ ਹੁਣ ਆਪਾਂ ਦੇਖੀਏ ਕਿ ਕਸਟਮਰ ਹੈ ਕੋਈ ਆਪਣੇ ਕੋਲ ਜੋ ਐਮਪਲੋਈਜ਼ ਤੋਂ ਕਮਾਂਡ ਕਰੇਗਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਤਾਂ ਉੱਥੇ ਕੀ ਹੈ ਜੇਕਰ ਕਮਿਊਨੀਕੇਸ਼ਨ ਸਕਿੱਲਸ ਅੱਛੀਆਂ ਹੋਣਗੀਆਂ ਆਪਸ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਕੀ ਹੈ ਅੱਛੀ ਬੌਂਡਿੰਗ ਹੋਏਗੀ, ਅੱਛਾ ਇੱਕ ਕੋਆਰਡੀਨੇਸ਼ਨ ਹੋਏਗਾ। ਅਤੇ ਆਫਿਸ ਕੀ ਹੈ ਇੱਕ ਮੇਨ ਸੈਂਟਰ ਹੈ ਜਿੱਥੇ ਐਮਪਲੋਈਜ਼ ਆਪਸ 'ਚ ਇੱਕ ਦੂਸਰੇ ਨੂੰ ਮਿਲਦੇ ਹੈ ਅਤੇ ਜਿੱਥੇ ਉਹ ਹਾਇਰ ਅਥੋਰਿਟੀਜ਼ ਨੂੰ, ਹਾਇਰ ਮੈਨੇਜਮੈਂਟ ਨੂੰ ਮਿਲਦੇ ਹੈ। ਦੈਨ ਉੱਥੇ ਕੀ ਹੈ ਕਿ ਉਹ ਆਪਸ ਦੇ ਵਿੱਚ ਉਹਨਾਂ ਦੀ ਅੱਛੀ ਬੌਂਡਿੰਗ ਬਣਦੀ ਹੈ, ਅੱਛਾ ਇੰਟਰ ਕਨੈਕਸ਼ਨ ਹੁੰਦਾ ਹੈ। ਦੈਨ ਨੈਕਸਟ ਹੈ ਆਪਣੇ ਕੋਲ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਦੇ ਵਿੱਚ ਕੀ ਹੈ ਕਿ ਜੋ ਆਪਸ ਦੇ ਵਿੱਚ ਉਹਨਾਂ ਦੀ ਕਮਿਊਨੀਕੇਸ਼ਨ ਹੁੰਦੀ ਹੈ ਐਮਪਲੋਈਜ਼ ਦੀ ਆਪਸ ਦੇ ਵਿੱਚ ਜਾਂ ਐਮਪਲੋਈਜ਼ ਦੀ ਕਸਟਮਰਸ ਦੇ ਨਾਲ, ਜਾਂ ਫਿਰ ਇਹ ਲਗਾ ਲਓ ਕਿ ਹਾਇਰ ਅਥੋਰਿਟੀਜ਼ ਦੀ ਐਮਪਲੋਈਜ਼ ਦੇ ਨਾਲ ਜਾਂ ਹਾਇਰ ਅਥੋਰਿਟੀਜ਼ ਦੀ ਕਸਟਮਰਸ ਦੇ ਨਾਲ, ਤਾਂ ਉਹ ਸਾਰੀਆਂ ਚੀਜ਼ਾਂ ਕੀ ਨੇ ਕਮਿਊਨੀਕੇਸ਼ਨਸ ਕਿੱਦਾਂ ਹੁੰਦੀਆਂ ਅਤੇ ਸਾਰੀਆਂ ਆਪਾਂ ਬਰੀਫਲੀ ਪੜ੍ਹਦੇ ਹਾਂ। ਦੇਖੋ ਇਹਦੇ ਵਿੱਚ ਕੀ ਹੁੰਦਾ, ਫਸਟ ਇਹਨਾਂ ਨੇ ਕਿਹਾ ਇੰਪੋਰਟੈਂਸ ਆਫ ਐਨ ਆਫਿਸ। ਆਫਿਸ ਦੀ ਕੀ ਇੰਪੋਰਟੈਂਸ ਹੈ, ਹੈਲਪਸ ਟੂ ਕੋਆਰਡੀਨੇਟ। ਦੇਖੋ ਆਪਾਂ ਪੜ੍ਹਿਆ ਨਾ ਕਿ ਕੋਆਰਡੀਨੇਸ਼ਨ ਦੇ ਵਿੱਚ ਹੈਲਪ ਕਰਦਾ ਕਿ ਕੋਆਰਡੀਨੇਸ਼ਨ ਕਿੱਦਾਂ ਹੁੰਦੀ ਹੈ। ਇਹਨਾਂ ਨੇ ਕਿਹਾ ਸੈਟਿੰਗ ਐਂਡ ਅਚੀਵਿੰਗ ਦਾ ਗੋਲਸ ਆਫ ਆਰਗੇਨਾਈਜੇਸ਼ਨ ਇਜ਼ ਨੋਟ ਦਾ ਟਾਸਕ ਆਫ ਐਨੀ ਵਨ ਡਿਪਾਰਟਮੈਂਟ ਔਰ ਇੰਡੀਵਿਜੂਅਲ ਐਮਪਲੋਈ ਆਫ ਦਾ ਆਰਗੇਨਾਈਜੇਸ਼ਨ, ਕਿ ਜੋ ਆਪਣੀ
ਕਿਸੇ ਵੀ ਆਫਿਸ ਦੇ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਜੋ ਅਚੀਵਮੈਂਟਸ ਨੇ ਜਾਂ ਉਹਦੇ ਗੋਲਸ ਨੇ, ਜੋ ਉਹਨਾਂ ਨੇ ਮੋਟਿਵਸ ਸੋਚੇ ਹੋਏ ਨੇ ਕਿ ਅਸੀਂ ਇਹ ਫੈਸਿਲਿਟੀਜ਼ ਜਾਂ ਇਹ ਟਾਸਕ ਅਸੀਂ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਨੇ ਨੇ, ਦੈਨ ਉਹਦੇ ਅਕੋਰਡਿੰਗ ਕੀ ਹੈ ਕਿ ਸਿਰਫ ਇੱਕ EMPLOYE ਦਾ ਕੰਮ ਨਹੀਂ ਹੈਗਾ ਜਾਂ ਕਿਸੇ ਵੀ ਇੱਕ ਡਿਪਾਰਟਮੈਂਟ ਦਾ ਕੰਮ ਨਹੀਂ, ਤਾਂ ਸਾਰੇ ਹੀ ਡਿਪਾਰਟਮੈਂਟਸ ਦੀ ਓਵਰਆਲ ਐਕਟੀਵਿਟੀਜ਼, ਸਾਰੇ ਹੀ ਜੋ EMPLOYEਜ਼ ਨੇ ਉਹਨਾਂ ਦੀ ਓਵਰਆਲ ਐਕਟੀਵਿਟੀਜ਼ ਕਿਸੇ ਵੀ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨ ਦੇ ਵਿੱਚ ਹੈਲਪ ਕਰਦੇ ਹੈ। ਕਿ ਇਹੀ ਹੈ ਕਿ ਚੀਜ਼ ਮੇਨ ਹੈਲਪਸ ਟੂ ਕੋਆਰਡੀਨੇਟ, ਉਹਨਾਂ ਨੂੰ ਆਪਸ 'ਚ ਕੋਆਰਡੀਨੇਟ ਕਰਨ ਲਈ ਆਫਿਸ ਕੀ ਕਹਿੰਦਾ ਹੈ ਕਿ ਤੁਸੀਂ ਕੋਆਰਡੀਨੇਟ ਕਰੋਗੇ, ਦੈਨ ਉਹਨਾਂ ਦਾ ਕੀ ਹੈ ਕੋਈ ਵੀ ਟਾਸਕ ਅੱਛੇ ਤਰੀਕੇ ਨਾਲ ਪਰਫੋਰਮ ਹੋਏਗਾ। ਠੀਕ ਹੈ ਜੀ। ਦੈਨ ਇਹ ਹੈਲਪਸ ਇਨ ਕਮਿਊਨੀਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੋਪਰ ਕਮਿਊਨੀਕੇਸ਼ਨ ਇਜ਼ ਇਸੈਂਸ਼ੀਅਲ ਸਮੂਥ ਫੰਕਸ਼ਨਿੰਗ ਆਫ ਐਨ ਆਰਗੇਨਾਈਜੇਸ਼ਨ ਦਾ ਆਫਿਸ ਪ੍ਰੋਵਾਈਡਸ ਅ ਚੈਨਲ ਕਮਿਊਨੀਕੇਸ਼ਨ, ਕਿ ਜੋ ਇਹਦੇ ਵਿੱਚ ਹੈ ਆਪਣੇ ਕੋਲ ਜੋ ਆਫਿਸ ਦੇ ਥਰੂ ਪ੍ਰੋਪਰ ਕਮਿਊਨੀਕੇਸ਼ਨ ਹੋਏਗੀ ਆਪਸ ਦੇ ਵਿੱਚ ਜੋ ਆਰਗੇਨਾਈਜੇਸ਼ਨ ਦੀ ਕਿਸੇ ਵੀ ਫੰਕਸ਼ਨਸ ਨੂੰ ਪਰਫੋਰਮ ਕਰਨ ਲਈ, ਤਾਂ ਇਹ ਸਾਰੀਆਂ ਕੀ ਨੇ, ਇਹ ਆਫਿਸ ਮੇਨ ਇੱਕ ਪੁਆਇੰਟ ਹੈ, ਇੱਕ ਸੈਂਟਰ ਪੁਆਇੰਟ ਹੈ ਜਿੱਥੇ ਆਪਸ ਦੇ ਵਿੱਚ EMPLOYEਜ਼ ਇੱਕ ਦੂਸਰੇ ਨਾਲ ਜਾਂ ਆਰਗੇਨਾਈਜੇਸ਼ਨ ਦੇ ਜੋ ਹਾਇਰ ਮੈਂਬਰਸ ਨੇ ਉਹ EMPLOYEਜ਼ ਦੇ ਨਾਲ ਜਾਂ EMPLOYEਜ਼ ਕਸਟਮਰਸ ਦੇ ਨਾਲ ਜੋ ਗੱਲਬਾਤ ਕਰਦੇ ਆ ਜਾਂ ਕਮਿਊਨੀਕੇਟ ਕਰਦੇ ਆ, ਉਹ ਕੀ ਹੈ ਓਵਰਆਲ ਐਕਟੀਵਿਟੀਜ਼ ਨੂੰ ਇੰਪਰੂਵ ਕਰਦਾ ਹੈ। ਦੈਨ ਆਪਾਂ ਕੀਤਾ ਕਿ ਕੰਟਰੋਲ ਸੈਂਟਰ, ਇਹ ਕੰਟਰੋਲਿੰਗ ਸੈਂਟਰ ਹੈ, ਇਹ ਇੱਥੇ ਐਵੇਂ ਕਾਮਨ ਪੁਆਇੰਟ ਹੈ ਜਿੱਥੇ ਉਹ ਸਾਰੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰ ਰਿਹਾ। ਦੇਖੋ ਇਹਨਾਂ ਨੇ ਕਿਹਾ ਇਨਫੋਰਮੇਸ਼ਨ ਰਿਸੀਵਡ ਥਰੂ ਰਿਪੋਰਟਸ ਐਂਡ ਸਟੇਟਮੈਂਟਸ ਮੈਨੇਜਮੈਂਟ ਕੈਨ ਟੇਕ ਵੇਰੀਅਸ ਡਿਸੀਜ਼ਨਸ ਐਂਡ ਐਕਸਰਸਾਈਜ਼ ਕੰਟਰੋਲ, ਕਿਉਂਕਿ ਆਫਿਸ ਕੀ ਹੈ ਕਿ ਇਨਫੋਰਮੇਸ਼ਨਸ ਨੂੰ ਰਿਸੀਵ ਕਰਦਾ ਹੈ ਥਰੂ ਰਿਪੋਰਟਸ, ਜੋ ਉਹਦੇ ਕੋਲ ਰਿਪੋਰਟਸ ਆਈਆਂ ਨੇ, ਐਂਡ ਸਟੇਟਮੈਂਟਸ ਮੈਨੇਜਮੈਂਟ ਕੈਨ ਟੇਕ ਵੇਰੀਅਸ ਡਿਸੀਜ਼ਨਸ, ਤਾਂ ਮੈਨੇਜਮੈਂਟ ਕੀ ਕਰਦੀ ਹੈ ਉਸ ਰਿਪੋਰਟਸ ਦੇ ਅਕੋਰਡਿੰਗ ਵੇਰੀਅਸ ਡਿਸੀਜ਼ਨਸ ਲੈ ਸਕਦੀ ਹੈ ਅਤੇ ਐਕਸਰਸਾਈਜ਼ ਕਰ ਸਕਦੀ ਹੈ, ਕੰਟਰੋਲ ਕਰ ਸਕਦੀ ਹੈ ਜੋ ਉਹਦੇ ਅੰਡਰ ਟਾਸਕ ਹੋਣ ਲੱਗੇ ਨੇ। ਆਫਿਸ ਹੈਲਪਸ ਇਨ ਰਿਕਾਰਡਿੰਗ ਐਕਚੁਅਲ ਪਰਫੋਰਮੈਂਸ ਐਂਡ ਕੰਪੈਰੀਜ਼ਨ ਵਿਦ ਸੈਟ ਸਟੈਂਡਰਡਸ, ਆਫਿਸ ਹੀ ਹੈਲਪ ਕਰਦਾ ਹੈ ਕਿਸੇ ਵੀ ਜੋ ਆਪਣੇ ਟਾਸਕ ਹੋ ਰਹੇ ਨੇ, ਜੋ ਪਰਫੋਰਮੈਂਸਿਸ ਹੋ ਰਹੀਆਂ ਨੇ, ਉੱਥੇ ਪ੍ਰੋਜੈਕਟਸ ਚੱਲ ਰਹੇ ਨੇ, ਉਹਨਾਂ ਨੂੰ ਰਿਕਾਰਡ ਕਰਨ ਲਈ, ਅਤੇ ਉਹਨਾਂ ਦੀਆਂ ਜੋ ਕੰਪੈਰੀਜ਼ਨਸ ਕਿੱਦਾਂ ਕਿ ਕੋਈ ਹੋਰ ਜੋ ਟਾਸਕ ਹੈ ਉਹਦੇ ਵਿੱਚ ਪ੍ਰੋਪਰ ਉਹ ਪਰਫੋਰਮ ਹੋ ਰਿਹਾ ਨਹੀਂ ਹੋ ਰਿਹਾ, ਦੈਨ ਉਹਨਾਂ ਦੇ ਵਿਦ ਕੰਪੈਰੀਜ਼ਨ ਉਹ ਕੀ ਕਰ ਸਕਦੇ ਉਹਦੇ ਵਿੱਚ ਇੰਪਰੂਵਮੈਂਟਸ ਕਰ ਸਕਦੇ ਆ। ਦੈਨ ਹੈਲਪਸ ਇਨ ਪ੍ਰੀਜ਼ਰਵਿੰਗ ਰਿਕਾਰਡਸ, ਇਹ ਰਿਕਾਰਡਸ ਨੂੰ ਜੋ ਮੇਨ ਆਫਿਸ ਹੁੰਦਾ ਆਪਾਂ ਕਹਿੰਦੇ ਹਾਂ ਕਿ ਹੈੱਡ ਆਫਿਸ ਹੈ, ਠੀਕ ਹੈ, ਜਾਂ ਕਲੈਰੀਕਲ ਆਫਿਸ ਹੈ, ਤਾਂ ਉੱਥੇ ਕੀ ਨੇ ਇਹ ਇੱਕ ਰਿਕਾਰਡਸ ਵਗੈਰਾ ਆਪਾਂ ਮੇਨਟੇਨ ਕਰਦੇ ਹਾਂ। ਪ੍ਰੀਜ਼ਰਵਿੰਗ ਰਿਕਾਰਡਸ, ਉੱਥੇ ਰਿਕਾਰਡਸ ਮੇਨਟੇਨ ਕਰਕੇ ਰੱਖੇ ਜਾਂਦੇ ਇਹਨਾਂ ਨੇ ਕਿਹਾ ਦੇਖੋ ਰਿਪੋਰਟਸ, ਲੈਟਰ, ਸਰਕੂਲਰਸ, ਨੋਟੀਫਿਕੇਸ਼ਨਸ, ਟਾਈਟਲ ਡੀਡਸ, ਕੰਟਰੈਕਟਸ ਐਂਡ ਐਗਰੀਮੈਂਟਸ, ਜੋ ਸਾਰੀਆਂ ਇਹ ਚੀਜ਼ਾਂ ਦੇ ਰਿਕਾਰਡ ਹੈ ਆਪਾਂ ਆਫਿਸ ਦੇ ਵਿੱਚ ਮੇਨਟੇਨ ਕਰਦੇ ਹਾਂ। ਆਰ ਫਾਈਲਡ ਬਾਏ ਆਫਿਸ ਓਨਲੀ, ਕਿਉਂਕਿ ਇਹ ਸਿਰਫ ਫਾਈਲ ਉਹਨਾਂ ਨੂੰ ਮੈਨੂਅਲੀ ਰਿਕਾਰਡ ਉਹਨਾਂ ਦਾ ਕਰਕੇ ਰੱਖਣਾ ਇਹ ਆਫਿਸ ਦਾ ਕੰਮ ਹੈ। ਵਿਦਾਊਟ ਰਿਕਾਰਡਸ ਨੋ ਫੰਕਸ਼ਨ ਇਜ਼ ਪੋਸੀਬਲ, ਜੋ ਰਿਕਾਰਡਸ ਨੇ ਉਹਨਾਂ ਤੋਂ ਬਿਨਾਂ ਫੰਕਸ਼ਨ ਕੋਈ ਵੀ ਆਪਾਂ ਪਰਫੋਰਮ ਨਹੀਂ ਕਰ ਸਕਦੇ, ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਪਤਾ ਹੀ ਨਹੀਂ ਉਹਦੇ ਵਿੱਚ ਕੀ ਹੈ, ਸਾਰਾ ਆਪਣਾ ਫਾਈਨੈਂਸ਼ੀਅਲ ਰਿਕਾਰਡ ਹੈ, ਜੋ ਆਪਣੇ ਐਗਰੀਮੈਂਟਸ ਨੇ, ਕੰਟਰੈਕਟਸ ਹੋਏ ਨੇ, ਠੀਕ ਹੈ, ਜਾਂ ਆਪਣੇ ਜੋ ਨੋਟੀਫਿਕੇਸ਼ਨਸ ਆਏ ਹੋਏ ਨੇ, ਤਾਂ ਸਾਰੀਆਂ ਇਹ ਚੀਜ਼ਾਂ ਜਦੋਂ ਆਪਣੇ ਕੋਲ ਰਿਕਾਰਡਸ ਹੋਣਗੀਆਂ ਤਾਂ ਉਹਦੇ ਅਕੋਰਡਿੰਗ ਆਪਾਂ ਸੋਚਦੇ ਹੋਏ ਨੈਕਸਟ ਜੋ ਵੀ ਇਨ ਫਿਊਚਰ ਆਪਣੀਆਂ ਪਲੈਨਿੰਗਸ ਹੋਣਗੀਆਂ ਜਾਂ ਫੰਕਸ਼ਨਸ ਹੋਣਗੀਆਂ ਆਪਾਂ ਪਰਫੋਰਮ ਕਰਵਾ ਸਕਦੇ ਹਾਂ। Next ਆਪਣਾ ਸਰਵਿਸ ਸੈਂਟਰ, ਆਫਿਸ ਸਰਵਸ all departments of a business organization with necessary information so that these departments may function properly, ਤਾਂ ਇੱਕ ਸਰਵਿਸ ਸੈਂਟਰ ਹੈ ਮੇਨ ਕਿ ਜਿੱਥੋਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਆਪਣੇ ਅੰਡਰ EMPLOYEਜ਼ ਨੂੰ, ਆਪਣੇ ਕਸਟਮਰਸ ਨੂੰ, ਠੀਕ ਹੈ। ਇੱਕ ਇਹ all departments of business organization, ਜਿਹੜੇ ਸਾਰੇ ਡਿਪਾਰਟਮੈਂਟਸ ਨੇ with necessary information, ਉਹ ਸਾਰੇ ਕੀ ਹੈ ਜੋ ਰਿਕੁਆਇਰਡ ਇਨਫੋਰਮੇਸ਼ਨ ਹੈ ਤਾਂ ਕਿ ਕੀ ਨੇ ਡਿਪਾਰਟਮੈਂਟਸ ਆਪਣੇ ਕੰਮ ਨੂੰ ਪਰਫੋਰਮ ਕਰ ਸਕਣ। ਦੇਖੋ ਇਹਨਾਂ ਨੇ ਕਿ ਫੰਕਸ਼ਨਿੰਗ, ਇਟ ਫੈਸਿਲੀਟੇਟਸ ਫੰਕਸ਼ਨਿੰਗ ਆਫ ਆਲ ਡਿਪਾਰਟਮੈਂਟਸ ਬਾਈ ਪ੍ਰੋਵਾਈਡਿੰਗ ਆਲ ਟਾਈਪਸ ਆਫ ਕਲੈਰੀਕਲ ਸਰਵਿਸਿਜ਼, ਜਿਹੜੀਆਂ ਕਲੈਰੀਕਲ ਸਰਵਿਸਿਜ਼ ਨੇ ਲਾਈਕ ਕੋਰਸਪੋਂਡੈਂਸ, ਟਾਈਪਿੰਗ, ਡੁਪਲੀਕੇਸ਼ਨ, ਫਾਈਲਿੰਗ ਐਕਸੈਟਰਾ, ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਦੈਨ ਹੈਲਪਸ ਕਸਟਮਰਸ ਰਿਮੂਵ ਕੰਪਲੇਂਟਸ, ਕਸਟਮਰਸ ਦੀ ਹੈਲਪ ਕਰਦੇ ਆ, ਕਸਟਮਰਸ ਨੂੰ ਕੋਈ ਕੰਪਲੇਂਟਸ ਨੇ ਉਹਦੇ ਅਕੋਰਡਿੰਗ ਉਹਨਾਂ ਦੀਆਂ ਕੰਪਲੇਂਟਸ ਨੂੰ ਉਹ ਰਿਮੂਵ ਕਰਨ 'ਚ ਹੈਲਪ ਕਰਦਾ ਆਫਿਸ। ਦੈਨ ਆਪਣੇ ਕੋਲ ਪ੍ਰੋਵਾਈਡਸ ਇਨਫੋਰਮੇਸ਼ਨ ਟੂ ਗੌਰਮੈਂਟ, ਜਿਵੇਂ ਹੁਣ ਆਪਾਂ ਕਹਿ ਦਈਏ ਕਿ ਇਨਕਮ ਟੈਕਸ ਹੈ, ਠੀਕ ਹੈ, ਆਪਾਂ ਰਿਟਰਨ ਭਰਦੇ ਹਾਂ, ਜੋ ਵੀ ਆਪਣਾ ਬਿਜ਼ਨਸ ਹੈ ਜਾਂ ਆਰਗੇਨਾਈਜੇਸ਼ਨ ਉਹਨਾਂ ਦੇ ਰਿਟਰਨਸ ਨੇ, ਠੀਕ ਹੈ, ਉਹਨਾਂ ਦੀਆਂ ਸਟੇਟਮੈਂਟਸ ਨੇ ਜੋ ਵੀ, ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਗੌਰਮੈਂਟ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ ਕਿ ਮੇਰੀ ਜਿਵੇਂ ਆਪਾਂ ਕਹਿ ਦਈਏ ਕੋਈ ਜਗ੍ਹਾ 'ਤੇ ਆਪਾਂ ਨੇ ਆਫਿਸ ਬਣਾਇਆ ਹੋਇਆ, ਕੋਈ ਆਰਗੇਨਾਈਜੇਸ਼ਨ ਉੱਥੇ ਓਪਨਡ, ਤਾਂ ਉਸ ਜਗ੍ਹਾ ਦੀ ਇਨਫੋਰਮੇਸ਼ਨ, ਉਸ ਜਗ੍ਹਾ ਦੀ ਆਪਾਂ ਕਹਿ ਦਈਏ ਕਿ ਰਜਿਸਟਰੀ ਹੁੰਦੀ ਹੈ ਤਾਂ ਉਹ ਰਜਿਸਟਰੀ ਬਾਰੇ ਇਨਫੋਰਮੇਸ਼ਨ, ਤਾਂ ਇਹ ਸਾਰੀਆਂ ਆਪਾਂ ਇਨਫੋਰਮੇਸ਼ਨਸ ਕਿਹਨੂੰ ਦੇਣੀਆਂ ਜ਼ਰੂਰੀ ਨੇ, ਗੌਰਮੈਂਟ ਨੂੰ,
ਤੇ ਇਹ ਆਫਿਸ ਦੇ ਵਿੱਚ ਜੋ ਫਾਈਲਸ ਮੇਨਟੇਨਡ ਨੇ ਉਹਨਾਂ ਦੇ ਥਰੂ ਆਪਾਂ ਗਵਰਨਮੈਂਟ ਨੂੰ ਇਨਫੋਰਮੇਸ਼ਨਸ ਪ੍ਰੋਵਾਈਡ ਕਰਦੇ ਹਾਂ। ਦੈਨ ਇੰਪੋਰਟੈਂਸ ਫॉर ਸ਼ੇਅਰ ਹੋਲਡਰਸ ਕੀ ਹੁੰਦੇ ਨੇ ਕਿ ਜੋ ਆਪਣੀ ਕੰਪਨੀ ਦੇ ਵਿੱਚ ਜਾਂ ਆਰਗੇਨਾਈਜੇਸ਼ਨ ਦੇ ਵਿੱਚ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੋਈ ਹੈ, ਜਿਨ੍ਹਾਂ ਨੇ ਉੱਥੇ ਸ਼ੇਅਰਸ ਪਏ ਨੇ। ਦੈਨ ਦ ਸ਼ੇਅਰ ਹੋਲਡਰਸ ਆਰ ਇਨਫੋਰਮਡ ਐਟ ਕੰਪਨੀਜ਼ ਮੀਟਿੰਗਸ ਐਂਡ ਪੇਮੈਂਟ ਆਫ ਡਿਵੀਡੈਂਡਸ। ਨੈਕਸਟ ਆਪਣੇ ਕੋਲ ਹੈ ਪ੍ਰੋਵਾਈਡ ਸਰਵਿਸ ਇਨ ਫਾਰਮੂਲੇਟਿੰਗ ਐਂਡ ਐਗਜ਼ੀਕਿਊਟਿੰਗ ਪੋਲਿਸੀਜ਼, ਕਿ ਇਹ ਸਰਵਿਸਿਜ਼ ਨੂੰ ਫਾਰਮੂਲੇਟ ਅਤੇ ਉਹਨਾਂ ਨੂੰ ਐਗਜ਼ੀਕਿਊਟ ਕਰਨਾ, ਪੋਲਿਸੀਜ਼ ਜੋ ਉਹਦੇ ਅੰਡਰ ਚੱਲ ਰਹੀਆਂ ਨੇ, ਆਪਣੇ ਜੋ ਰੂਲਸ ਨੇ ਗੌਰਮੈਂਟ ਦੁਆਰਾ ਬਣਾਏ ਹੋਏ ਨੇ, ਅਤੇ ਆਪਣੇ ਜੋ ਲਾਜ਼ ਨੇ ਕੰਪਨੀ ਨੇ ਡਿਪਾਰਟਮੈਂਟਸ ਨੂੰ, ਇਹ ਸਾਰੇ ਆਪਾਂ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਉਹਨਾਂ ਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ ਕਿ ਇਹ ਪੋਲਿਸੀਜ਼ ਦੇ ਅੰਡਰ ਜਾਂ ਇਹ ਲਾਜ਼ ਦੇ ਅੰਡਰ ਹੀ ਆਪਾਂ ਨੇ ਇਹ ਪ੍ਰੋਜੈਕਟਸ ਨੂੰ ਲਾਂਚ ਕਰਨਾ ਹੈ ਜਾਂ ਪ੍ਰੋਜੈਕਟਸ ਨੂੰ ਤਿਆਰ ਕਰਨਾ ਹੈ, ਜਾਂ ਆਪਾਂ ਉਹ ਪੋਲਿਸੀਜ਼ ਨੂੰ ਬਣਾਉਣਾ ਹੈ, ਜਾਂ ਉਹਨਾਂ ਦੇ ਅੰਡਰ ਆਪਾਂ ਇਹ ਫੰਕਸ਼ਨਸ ਪਰਫੋਰਮ ਕਰਨੇ ਨੇ। ਇੰਪੋਰਟੈਂਸ ਫॉर ਜਨਰਲ ਪਬਲਿਕ ਜਿਹੜੀ ਨੋਰਮਲ ਪਬਲਿਕ ਹੈ, ਠੀਕ ਹੈ, ਕਸਟਮਰਸ ਨੇ ਉਹਦੇ ਅੰਡਰ, ਸੋਸ਼ਲ ਇੰਸਟੀਟਿਊਟਸ ਨੇ, ਤਾਂ ਉਹਨਾਂ ਦੇ ਨਾਲ ਆਪਣੇ ਕਿਵੇਂ ਲਿੰਕ ਨੇ। ਦੈਨ ਇਹਦੇ ਵਿੱਚ ਇਹਦਾ ਬਿਜ਼ਨਸ ਨਾਓ ਅ ਡੇਜ਼ ਐਕਟਸ ਐਜ਼ ਅ ਸੋਸ਼ਲ ਇੰਸਟੀਟਿਊਟ। ਬਿਜ਼ਨਸ ਕੀ ਹੈ, ਇੱਕ ਐਜ਼ ਅ ਸੋਸ਼ਲ ਇੰਸਟੀਟਿਊਟ ਹੈ, ਕਿਉਂਕਿ ਜਿੱਥੇ ਅਲੱਗ-ਅਲੱਗ ਕਸਟਮਰਸ ਨੇ ਆ ਕੇ ਉਹਨਾਂ ਨਾਲ ਮਿਲਣਾ ਹੈ, ਗੱਲਬਾਤ ਕਰਨੀ ਹੈ। It has to attend general public. It informs the public about objectives and policies of the business. ਇਹ ਕਸਟਮਰਸ ਨੂੰ, ਪਬਲਿਕ ਨੂੰ ਅਟੈਂਡ ਕਰਦੇ ਹੈ, ਉਹਨਾਂ ਨੂੰ ਇਨਫੋਰਮ ਕਰਦੇ ਹੈ ਜੋ ਆਪਣੀ ਓਬਜੈਕਟਿਵਸ ਨੇ, ਉਹਨਾਂ ਦੀਆਂ ਪੋਲਿਸੀਜ਼ ਨੇ ਜੋ ਬਿਜ਼ਨਸ ਦੀਆਂ, ਕਿਉਂਕਿ ਉਹੀ ਪੋਲਿਸੀਜ਼ ਜੋ ਇਹਨਾਂ ਦੀਆਂ ਅੰਡਰ ਗੌਰਮੈਂਟ ਜੋ ਉਹਨਾਂ ਨੇ ਅਪਲਾਈ ਕਰਾਉਣੀਆਂ ਨੇ, ਉਹਨਾਂ ਬਾਰੇ ਹੀ ਉਹ ਕਸਟਮਰਸ ਨੂੰ ਦੱਸਣਗੇ ਕਿ ਇਹਦੇ ਅਕੋਰਡਿੰਗ ਇਹ ਰੂਲਸ ਨੇ, ਇਹਨਾਂ ਰੂਲਸ ਦੇ ਅਕੋਰਡਿੰਗ ਆਪਣੇ ਇਹ ਪ੍ਰੋਜੈਕਟਸ ਨੇ, ਜਾਂ ਆਪਣੇ ਜੋ ਚੀਜ਼ਾਂ ਦੇ ਬੈਨੀਫੀਸ਼ੀਅਲਸ ਤੁਸੀਂ ਇਹ ਲੈ ਸਕਦੇ ਹੋ। ਹੈਲਪ ਐਮਪਲੋਈਜ਼, ਜੋ ਐਮਪਲੋਈਜ਼ ਨੇ ਉਹਨਾਂ ਨੂੰ ਹੈਲਪ ਕਰਦੇ ਹੈ, ਕਿਉਂਕਿ ਜੋ ਐਮਪਲੋਈਜ਼ ਮੰਨ ਲਓ ਕੰਮ ਕਰ ਰਹੇ ਨੇ, ਉਹਨਾਂ ਦੀਆਂ ਸੈਲਰੀਜ਼ ਦੇ ਲਈ, ਡਿਡਕਸ਼ਨਸ ਦੇ ਲਈ ਜੋ ਉਹਨਾਂ ਦੇ ਫੰਡਸ ਨੇ, ਜਾਂ ਜਿਹਨੇ ਵੀ ਕਿਸੇ ਨੇ ਕੋਈ ਐਕਸਟਰਾ ਕੰਮ ਕੀਤਾ ਹੋਇਆ, ਠੀਕ ਹੈ, ਉਹਨਾਂ ਦੇ ਓਵਰ ਟਾਈਮ ਦੇ ਲਈ ਉਹਨਾਂ ਨੂੰ ਓਵਰ ਵੇਜਿਸ, ਪੇਮੈਂਟ ਆਫ ਵੇਜਿਸ, ਉਹਨਾਂ ਦੀਆਂ ਵਰਕਰਸ ਦੀਆਂ ਅਟੈਂਡੈਂਸ ਵਗੈਰਾ, ਜੋ ਸਾਰਾ ਰਿਕਾਰਡ ਆਪਾਂ ਇਹਦੇ ਵਿੱਚ ਮੇਨਟੇਨ ਕਰਕੇ ਰੱਖਦੇ ਹਾਂ, ਜਿਹਦੇ ਥਰੂ ਆਪਾਂ ਐਮਪਲੋਈਜ਼ ਨੂੰ ਉਹਨਾਂ ਦੀਆਂ ਜੋ ਬਣਦੀਆਂ ਸੈਲਰੀਜ਼ ਨੇ, ਉਹਨਾਂ ਦੇ ਜੋ ਵੀ ਜਿਸ ਚੀਜ਼ ਦੇ ਉਹ ਏਬਲ ਨੇ ਕਿ ਆਪਾਂ ਉਹਨਾਂ ਨੂੰ ਇਹ ਦੇਣੀ ਹੈ, ਇਹ ਵੇਜਿਸ ਉਹਨਾਂ ਨੂੰ ਪੇ ਕਰਨੇ ਨੇ, ਠੀਕ ਹੈ, ਉਹਨਾਂ ਦੇ ਓਵਰ ਟਾਈਮ ਦੀ ਕੈਲਕੂਲੇਸ਼ਨ ਦੇ ਅਕੋਰਡਿੰਗ ਜੋ ਉਹਨਾਂ ਦੇ ਰਾਈਟਸ ਬਣਦੇ ਆ, ਉਹਨਾਂ ਨੂੰ ਆਪਾਂ ਉਹ ਚੀਜ਼ ਦਿੰਦੇ ਹਾਂ। ਦੈਨ ਇਨਫੋਰਮੇਸ਼ਨ ਸੈਂਟਰ ਕੀ ਹੈ ਕਿ ਇਹ ਆਫਿਸ ਐਜ਼ ਅ ਇਨਫੋਰਮੇਸ਼ਨ ਸੈਂਟਰ ਹੈ, ਕਿਉਂਕਿ ਜੇ ਆਪਾਂ ਕਸਟਮਰਸ ਨੂੰ ਇਨਫੋਰਮ ਕਰਨਾ ਹੈ, ਉਹਨਾਂ ਤੱਕ ਕੋਈ ਇਨਫੋਰਮੇਸ਼ਨ ਪਹੁੰਚਾਉਣੀ ਹੈ, ਦੈਨ ਤਾਂ ਵੀ ਇਹ ਕਾਮਨ ਪੁਆਇੰਟ ਹੈ, ਕਿਉਂਕਿ ਸਾਰੇ ਰਿਕਾਰਡਸ ਨੇ ਜੋ ਆਪਣੇ ਇੱਥੇ ਹੀ ਆਫਿਸ ਦੇ ਵਿੱਚ ਮੇਨਟੇਨਡ ਹੁੰਦੇ ਆ। ਦੈਨ ਆਪਣੇ ਕੋਲ ਨਰਵ ਸੈਂਟਰ ਦੇ ਵਿੱਚ ਦੇਖੋ ਕੀ ਹੈ, ਆਫਿਸ ਐਕਟਸ ਐਜ਼ ਅ ਐਡਮਿਨਿਸਟ੍ਰੇਟਿਵ ਨਰਵ ਸੈਂਟਰ ਆਫ ਐਨੀ ਆਰਗੇਨਾਈਜੇਸ਼ਨ ਵੇਅਰ ਪੋਲਿਸੀਜ਼ ਆਰ ਫਾਰਮੂਲੇਟਡ ਐਂਡ ਐਗਜ਼ੀਕਿਊਟਡ। ਨਰਵ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਨਰਵ ਹੈ ਆਪਣੀ, ਜੋ ਇੱਥੋਂ ਆਪਾਂ ਨੂੰ ਪਤਾ ਚੱਲਦਾ ਆਪਣੇ ਸਰੀਰ ਦਾ ਕਿ ਆਪਣਾ ਕਿਵੇਂ ਐਕਟਿਵ ਹੈ, ਜਾਂ ਲੇਜ਼ੀਨੈਸ ਹੈ, ਜਾਂ ਇਹਦੇ ਵਿੱਚ ਕੋਈ ਪ੍ਰੋਬਲਮ ਹੈ, ਤਾਂ ਇਹ ਕੀ ਹੈ, ਨਰਵ ਸੈਂਟਰ ਇਹੀ ਚੀਜ਼ ਹੈ ਮੇਨ, ਕਿ ਇੱਕ ਕਾਮਨ ਇਹੋ ਜਿਹਾ ਪੁਆਇੰਟ ਜਿੱਥੋਂ ਆਪਾਂ ਨੂੰ ਉਹਦੀਆਂ ਐਕਟੀਵਿਟੀਜ਼ ਦਾ ਪਤਾ ਲੱਗਦਾ ਹੈ, ਉਹਨਾਂ ਦੇ ਪੋਲਿਸੀਜ਼ ਦਾ ਪਤਾ ਲੱਗ ਰਿਹਾ ਹੈ ਕਿ ਉਹ ਫਾਰਮੂਲੇਟ ਹੋ ਰਹੀਆਂ ਨੇ, ਐਗਜ਼ੀਕਿਊਟ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ, ਠੀਕ ਹੈ। ਆਫਿਸ ਇੱਕ ਕਾਮਨ ਪੁਆਇੰਟ ਕਿਸੇ ਵੀ ਬਿਜ਼ਨਸ ਦੇ ਵਿੱਚ, ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਐਜ਼ ਅ ਕਾਮਨ ਪੁਆਇੰਟ ਇਹ ਵਰਕ ਕਰਦਾ ਹੈ। ਦੈਨ ਪ੍ਰੋਵਾਈਡਸ ਸਰਵਿਸ ਰਿਲੇਟਡ ਟੂ ਇੰਟਰਨਲ ਐਂਡ ਐਕਸਟਰਨਲ ਇਨਵਾਇਰਮੈਂਟ। ਇਹ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ ਜੋ ਇੰਟਰਨਲ ਅਤੇ ਐਕਸਟਰਨਲ ਇਨਵਾਇਰਮੈਂਟ ਦੇ ਅਕੋਰਡਿੰਗ ਜ਼ਰੂਰੀ ਨੇ, ਜਾਂ ਜੋ ਵੀ ਉਹਦੇ ਅਕੋਰਡਿੰਗ ਉਹਨਾਂ ਨੂੰ ਇਨਫੋਰਮੇਸ਼ਨਸ ਪ੍ਰੋਵਾਈਡ ਹੋ ਰਹੀਆਂ ਨੇ, ਇਨਸਾਈਡ ਦਾ ਇਨਵਾਇਰਮੈਂਟ ਐਂਡ ਆਊਟਸਾਈਡ ਦਾ ਇਨਵਾਇਰਮੈਂਟ, ਠੀਕ ਹੈ ਜੀ। ਰਿਪਲਾਈਜ਼ ਕਸਟਮਰਸ ਇਨਕੁਆਇਰੀ ਇਨ ਟਾਈਮ, ਅਤੇ ਜੋ ਕਸਟਮਰਸ ਦੀਆਂ ਇਨਕੁਆਇਰੀਜ਼ ਆਈਆਂ ਨੇ, ਉਹਨਾਂ ਦੀਆਂ ਡਿਮਾਂਡਸ ਆਈਆਂ ਨੇ, ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਐਟ ਪ੍ਰੋਪਰ ਟਾਈਮ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣਾ। ਦੈਨ ਇੰਪੋਰਟੈਂਸ ਫॉर ਕ੍ਰੈਡੀਟਰਸ, ਜੋ ਉਹਨਾਂ ਦੇ ਕ੍ਰੈਡੀਟਰਸ ਨੇ, ਠੀਕ ਹੈ, ਰਿਗਾਰਡਿੰਗ ਪੇਮੈਂਟ ਆਫ ਇੰਟਰਸਟ, ਜੋ ਉਹਨਾਂ ਨੇ ਪੇਮੈਂਟਸ ਦਿੱਤੀਆਂ ਨੇ, ਉਹਨਾਂ ਦੇ ਜੋ ਇੰਟਰਸਟ ਬਣ ਰਿਹਾ ਹੈ, ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਪ੍ਰੋਪਰ ਉਹਨਾਂ ਦੀਆਂ ਕੁਐਰੀਜ਼ ਨੂੰ ਦੱਸਣਾ, ਉਹਨਾਂ ਨੂੰ ਚੀਜ਼ ਪ੍ਰੋਪਰਲੀ ਪੇ ਕਰਨੀ। ਦੈਨ ਹੈ ਪ੍ਰੋਫਿਟ ਸੈਂਟਰ। ਇਹ ਇੱਕ ਪ੍ਰੋਫਿਟ ਸੈਂਟਰ ਹੈ ਜਿੱਥੋਂ ਕਿ ਆਫਿਸ ਮੇਨਲੀ ਇਹ ਚੀਜ਼ ਸੋਚੇਗਾ ਕਿ ਆਪਣੇ ਆਰਗੇਨਾਈਜੇਸ਼ਨ ਨੂੰ, ਆਪਣੇ ਇੰਸਟੀਟਿਊਟ ਨੂੰ ਕਿਵੇਂ ਪ੍ਰੋਫਿਟ ਹੋ ਸਕਦਾ ਹੈ, ਅਤੇ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਪੋਲਿਸੀਜ਼ ਨੇ ਜੋ ਇਹ ਅਪਲਾਈ ਕਰਨ, ਅਤੇ ਜਿਨ੍ਹਾਂ ਦੇ ਥਰੂ ਉਹਨਾਂ ਨੂੰ ਆਰਗੇਨਾਈਜੇਸ਼ਨ ਨੂੰ ਜਾਂ ਕਿਸੇ ਵੀ ਇੰਸਟੀਟਿਊਟ ਨੂੰ ਪ੍ਰੋਫਿਟ ਹੋਏਗਾ। ਦੈਨ ਇਹ ਹੈਲਪਸ ਟੂ ਕੰਟਰੋਲ ਦਾ ਬਿਜ਼ਨਸ ਓਪਰੇਸ਼ਨਸ। ਇਹ ਹੈਲਪ ਕਰਦਾ ਹੈ ਕਿਸੇ ਵੀ ਬਿਜ਼ਨਸ ਓਪਰੇਸ਼ਨਸ ਨੂੰ
ਕੰਟਰੋਲ ਕਰਨ ਲਈ। ਜੋ ਬਿਜ਼ਨਸ ਦੇ ਅੰਡਰ ਆਪਰੇਸ਼ਨਸ ਚੱਲ ਰਹੇ ਨੇ, ਠੀਕ ਹੈ, ਤਾਂ ਉਹਨਾਂ ਦੇ ਅਕੋਰਡਿੰਗ ਜੋ ਗੋਲਸ ਜਾਂ ਉਹਨਾਂ ਦੇ ਆਬਜੈਕਟਿਵਸ ਅਚੀਵ ਹੋਣੇ ਨੇ, ਤਾਂ ਉਹਨਾਂ ਨੂੰ ਪ੍ਰੋਪਰ ਧਿਆਨ ਰੱਖਦੇ ਹੋਏ ਉਹਨਾਂ ਦੀਆਂ ਜੋ ਐਕਟੀਵਿਟੀਜ਼ ਨੇ ਜਾਂ ਜੋ ਵੀ ਬਿਜ਼ਨਸ ਨੇ, ਆਰਗੇਨਾਈਜੇਸ਼ਨ ਨੇ ਆਪਣੇ ਐਕਸ਼ਨਸ ਪਰਫੋਰਮ ਕਰਨੇ ਨੇ, ਦੈਨ ਉਹ ਕਰਨੇ ਚਾਹੀਦੇ ਆ ਜਾਂ ਨਹੀਂ ਕਰਨੇ ਚਾਹੀਦੇ, ਉਹਨਾਂ ਦੇ ਥਰੂ ਉਹਨੂੰ ਕੋਈ ਫਾਇਦਾ ਹੈ ਨਹੀਂ ਹੈ, ਉਹਨਾਂ ਨੂੰ ਪ੍ਰੋਫਿਟ ਹੋਏਗਾ ਨਹੀਂ ਹੋਏਗਾ, ਇਹ ਸਾਰੀਆਂ ਚੀਜ਼ਾਂ ਨੂੰ ਸੋਚਦੇ ਹੋਏ ਉਹ ਕੀ ਕੰਮ ਕਰਦਾ ਹੈ, ਬਿਜ਼ਨਸ ਆਪਰੇਸ਼ਨਸ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਹੈ। ਨੈਕਸਟ ਹੈ ਦੇਖੋ ਆਪਣੇ ਕੋਲ ਮੇਅਰਿੰਗ ਦਾ ਐਕਚੁਅਲ ਪਰਫੋਰਮੈਂਸ ਐਟ ਰੈਗੂਲਰ ਇੰਟਰਵਲਸ। ਉਹਨਾਂ ਦੀਆਂ ਜੋ ਐਕਚੁਅਲ ਪਰਫੋਰਮੈਂਸਿਸ ਨੇ, ਜੋ ਐਕਚੁਅਲ ਪਰਫੋਰਮੈਂਸਿਸ ਨੇ ਰੈਗੂਲਰ ਇੰਟਰਵਲਸ 'ਤੇ ਉਹਨਾਂ ਨੂੰ ਚੈੱਕ ਕਰਨਾ ਕਿ ਕੀ ਪਰਫੋਰਮੈਂਸਿਸ ਉਹ ਦੇ ਰਹੇ ਨੇ, ਕੀ ਉਹ ਕਰ ਰਹੇ ਨੇ। ਕੰਪੇਅਰਿੰਗ ਦ ਐਕਚੁਅਲ ਪਰਫੋਰਮੈਂਸ ਵਿਦ ਦ ਸਟੈਂਡਰਡਸ ਐਂਡ ਨੋਟ ਡਾਊਨ ਦਾ ਡੈਵੀਏਸ਼ਨਸ। ਅਤੇ ਜੋ ਉਹਨਾਂ ਦੀਆਂ ਐਕਚੁਅਲ ਪਰਫੋਰਮੈਂਸਿਸ ਨੇ ਵਿਦ ਸਟੈਂਡਰਡਸ, ਉਹਨਾਂ ਨੂੰ ਕੰਪੈਰੀਜ਼ਨ ਕਰਨਾ ਅਤੇ ਉਹਨਾਂ ਦੇ ਜੋ ਡੈਵੀਏਸ਼ਨਸ ਹੋ ਰਹੀਆਂ ਨੇ, ਅਪ ਐਂਡ ਡਾਊਨਸ ਹੋ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਨੋਟ ਡਾਊਨ ਕਰਕੇ ਰੱਖਣਾ। ਦੈਨ ਇਨ ਕੇਸ ਆਫ ਡੈਵੀਏਸ਼ਨਸ ਆਰ ਬਿਯੋਂਡ ਦਾ ਟੋਲਰੈਂਸ ਲਿਮਿਟ, ਜੇਕਰ ਉਹਨਾਂ ਦੀਆਂ ਜੋ ਡੈਵੀਏਸ਼ਨਸ ਹੋ ਰਹੀਆਂ ਨੇ, ਅਪ ਡਾਊਨਸ ਨੇ ਜੋ ਵੀ ਉਹਦੇ ਵਿੱਚ, ਤਾਂ ਜੋ ਉਹਨਾਂ ਦੀਆਂ ਲਿਮਿਟੇਸ਼ਨ ਸੀ ਉਹਨਾਂ ਤੋਂ ਅਬਵ ਨੇ ਜਾਂ ਉਹਨਾਂ ਤੋਂ ਬਿਯੋਂਡ ਨੇ, ਦੈਨ ਦਾ ਰੀਜ਼ਨ ਫॉर द ਸੇਮ ਆਰ ਆਈਡੈਂਟੀਫਾਈਡ ਐਂਡ ਕਰੈਕਟਿਵ ਐਕਸ਼ਨਸ ਆਰ ਟੇਕਨ। ਤਾਂ ਰੀਜ਼ਨਸ ਦੇਖੇ ਜਾਂਦੇ ਆ ਕਿ ਕਿਉਂ ਆਪਣੀ ਜੋ ਚੀਜ਼ਾਂ ਆਪਾਂ ਕਰ ਰਹੇ ਸੀ ਉਹਦੇ ਵਿੱਚ ਉਹ ਬਜਟ ਤੋਂ ਨੀਚੇ ਜਾ ਰਿਹਾ, ਉੱਪਰ ਜਾ ਰਿਹਾ, ਕਿਉਂ ਜਾ ਰਿਹਾ, ਦੈਨ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ 'ਤੇ ਜੋ ਪ੍ਰੋਪਰ ਐਕਸ਼ਨਸ ਲੈ ਕੇ ਉਹਨਾਂ ਨੂੰ ਇੰਪਰੂਵ ਕੀਤਾ ਜਾਂਦਾ ਹੈ। ਦੈਨ ਮੇਕਸ ਐਂਡ ਰਿਸੀਵਸ ਪੇਮੈਂਟਸ ਇਨ ਟਾਈਮ। ਜੋ ਉਹਨਾਂ ਨੇ ਪੇਮੈਂਟਸ ਕਰਨੀਆਂ ਨੇ ਜਾਂ ਕਿਸੇ ਤੋਂ ਲੈਣੀਆਂ ਨੇ, ਉਹ ਸਾਰੀਆਂ ਆਫਿਸ ਦਾ ਹੀ ਕੰਮ ਹੈ ਕਿ ਉਹਨਾਂ ਨੂੰ ਪ੍ਰੋਪਰ ਟਾਈਮ 'ਤੇ ਕਰਵਾਉਣਾ ਅਤੇ ਪ੍ਰੋਪਰ ਟਾਈਮ 'ਤੇ ਜੋ ਪੇਮੈਂਟਸ ਕਿਸੇ ਤੋਂ ਲੈਣੀਆਂ ਨੇ ਉਹਨਾਂ ਨੂੰ ਲੈਣਾ। ਦੈਨ ਆਪਾਂ ਕਹਿ ਦਈਏ ਸੇਲਿੰਗ ਹੈ, ਪਰਚੇਜ਼ਿੰਗ ਹੈ, ਜੋ ਵੀ ਹੈ ਉਹ ਆਫਿਸ ਦੇ ਵਿੱਚ ਜੋ ਸਾਰੀਆਂ ਚੀਜ਼ਾਂ ਰਿਕਾਰਡ ਮੇਨਟੇਨ ਹੁੰਦੇ ਨੇ, ਦੈਨ ਉਹ ਸਾਰੀਆਂ ਚੀਜ਼ਾਂ ਆਫਿਸ ਦਾ ਹੀ ਟਾਸਕ ਹੈ ਕਿ ਉਹਨਾਂ ਨੂੰ ਪਰਫੋਰਮ ਕਰਵਾਉਣਾ। ਨੈਕਸਟ ਬੱਚੇ ਆਪਣਾ ਇਹੀ ਸੀ ਇਹਦੇ ਵਿੱਚ ਕਿ ਜੋ ਆਪਾਂ ਆਫਿਸ ਹੈ, ਆਫਿਸ ਦੇ ਵਿੱਚ ਆਫਿਸ ਦੀ ਆਪਣੀ ਲਾਈਫ 'ਚ ਕੀ ਜਗ੍ਹਾ ਹੈ, ਕੀ ਉਹ ਰੋਲਸ ਪਲੇ ਕਰਦਾ ਹੈ, ਉਹਦੀ ਕੀ ਇੰਪੋਰਟੈਂਸ ਹੈ ਐਕਚੁਅਲ ਲਾਈਫ ਦੇ ਵਿੱਚ, ਜੋ ਆਪਾਂ ਇਹ ਸਾਰੇ ਪਲਾਨਸ ਕੀਤੇ ਨੇ। ਤੁਹਾਡੀ ਬੁੱਕ ਦੇ ਵਿੱਚ ਇਹ ਸਾਰੇ ਟੌਪ ਪੁਆਇੰਟਸ ਬਣਾ ਕੇ ਇੱਕ ਲਿਖੇ ਹੋਏ ਹੈ। ਦੈਨ ਬੱਚੇ ਜਦੋਂ ਵੀ ਤੁਸੀਂ ਕੋਈ ਕੁਐਸਚਨ ਵੀ ਅਟੈਂਪਟ ਕਰਨਾ ਹੈ, ਦੈਨ ਤੁਸੀਂ ਇੰਪੋਰਟੈਂਸ ਅਗਰ ਆਪਣੇ ਕੋਲ ਆਉਂਦੀ ਹੈ, ਦੈਨ ਤੁਸੀਂ ਇਹ ਪੁਆਇੰਟਸ ਪਹਿਲਾਂ ਉਹਨਾਂ ਨੂੰ ਲਿਖੋਗੇ, ਫਿਰ ਉਹਨਾਂ ਨੂੰ ਤੁਸੀਂ ਪ੍ਰੋਪਰਲੀ ਡਿਫਾਈਨ ਕਰੋਗੇ। ਦੈਨ ਆਈ ਹੋਪ ਯੂ ਆਲ ਵਿਲ ਅੰਡਰਸਟੈਂਡ। Then thank you and bye bye students.